ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਹੈ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੋਵੇਗਾ। ਇਹ ਵੀ ਉਮੀਦ ਹੈ ਕਿ ਤੁਹਾਡੇ ਪਰਿਵਾਰ ਦਾ ਹਰ ਇੱਕ ਮੈਂਬਰ ਅਰਥਾਂ ਸਮੇਤ ਸਹਿਜ ਪਾਠ ਕਰ ਰਿਹਾ ਹੋਵੇਗਾ। ਇਹ ਵੀ ਉਮੀਦ ਹੈ ਤੁਹਾਡੇ ਬੱਚੇ ਵੀ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਨੇ। ਪਰ ਤੁਹਾਡੇ ਭਰਾ ਦੇ ਪਰਿਵਾਰ ਵਿੱਚ, ਭੈਣਾਂ ਦੇ ਪਰਿਵਾਰਾਂ ਵਿੱਚ, ਤੁਹਾਡੇ ਚਾਚੇ ਤਾਏ ਦੇ ਪਰਿਵਾਰਾਂ ਵਿੱਚ, ਮਾਮੇ ਭੂਆ ਦੇ ਪਰਿਵਾਰਾਂ ਵਿੱਚ, ਨਾਨਕੇ ਦਾਦਕੇ ਕੋਈ ਐਸਾ ਤਾਂ ਨਹੀਂ ਜਿਹੜਾ ਅਰਥਾਂ ਸਮੇਤ ਸਹਿਜ ਪਾਠ ਕਰਨ ਤੋਂ ਰਹਿ ਗਿਆ ਹੋਵੇ। ਮਾਰੋ ਨਜ਼ਰ ਚਾਰ ਚੁਫੇਰੇ, ਤੁਹਾਡੇ ਕਿੰਨੇ ਮਿੱਤਰ ਦੋਸਤ ਨੇ? ਤੁਹਾਡੇ ਹਰ ਮਿੱਤਰ ਦੋਸਤ ਨੇ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਕਿ ਨਹੀਂ? ਤੁਹਾਡੇ ਮਿੱਤਰਾਂ ਦੋਸਤਾਂ ਦੇ ਪਰਿਵਾਰ ਦੇ ਵਿੱਚ ਹਰ ਮੈਂਬਰ ਨੇ, ਹਰ ਬੱਚੇ ਨੇ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ? ਨਜ਼ਰ ਮਾਰੋ, ਯਤਨ ਕਰੋ, ਹੰਬਲਾ ਮਾਰੋ। ਤੁਹਾਡੇ ਬੱਚਿਆਂ ਦਾ ਕਿੰਨਾ ਪਰਿਵਾਰਾਂ ਦੇ ਬੱਚਿਆਂ ਨਾਲ ਉੱਠਣਾ ਬੈਠਣਾ ਹੈ? ਅਗਰ ਉਹ ਬੱਚੇ ਵੀ ਅਰਥਾਂ ਸਮੇਤ ਸਹਿਜ ਪਾਠ ਕਰਨ ਲੱਗ ਜਾਣਗੇ ਤਾਂ ਸਾਰੇ ਬੱਚਿਆਂ ਦਾ ਇੱਕ ਦੂਸਰੇ ਨੂੰ ਹੁਲਾਰਾ ਮਿਲੇਗਾ। ਮਾਰੋ ਝਾਤੀ ਚਾਰ ਸਫੇਰੇ, ਕਰੋ ਯਤਨ, ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਉਣੀ ਹੈ। ਹਰ ਗੁਰਸਿੱਖ ਦਾ ਫਰਜ਼ ਹੈ, ਹਰ ਇੱਕ ਨੇ ਯਤਨ ਕਰਨਾ ਹੈ। ਕੋਸ਼ਿਸ਼ ਕਰੋ ਕੋਈ ਵੀ ਵਾਂਝਾ ਨਾ ਰਹਿ ਸਕੇ। ਇਹ ਆਵਾਜ਼ ਖੁਦ ਅਰਥਾਂ ਸਮੇਤ ਸਹਿਜ ਕਰੋ, ਖੁਦ ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਇੱਕ ਗੁਰੂ ਦੀ ਲਹਿਰ ਹੈ, ਇੱਕ ਕੌਮ ਦੀ ਲਹਿਰ ਹੈ। ਗੁਰੂ ਪੰਥ ਇੱਕ ਪਰਿਵਾਰ ਹੈ, ਗੁਰੂ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਹੈ। ਸਾਰੇ ਯਤਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ, ਸਹਿਜੇ ਸਹਿਜੇ ਪਹੁੰਚੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 207 ਦੇ ਉੱਪਰ ਅੰਕਿਤ। ਸ਼ੁਕਰ ਵਾਹਿਗੁਰੂ ਜੀ ਦਾ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਤੁਝ ਬਿਨ ਕਵਨ ਰਿਝਾਵੈ ਤੋਹੀ। ਇਹ ਵਾਹਿਗੁਰੂ ਜੀ, ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਤੁਹਾਨੂੰ ਕੌਣ ਪ੍ਰਸੰਨ ਕਰ ਸਕਦਾ ਹੈ? ਇੱਥੇ ਗੱਲ ਯਾਦ ਰੱਖਿਓ, ਜੋ ਬਖਸ਼ਿਸ਼ ਦਾ ਕਨਸੈਪਟ ਹੈ, ਧਰਮ ਦੀ ਦੁਨੀਆ ਦਾ ਬੇਸਿਕ ਕਨਸੈਪਟ ਹੈ। ਇਹ ਕਿਹਾ ਜਾਂਦਾ ਹੈ ਕਿ ਰੱਬ ਖੁਸ਼ ਹੋ ਕੇ ਇਹ ਦਾਤ ਦਿੰਦਾ ਹੈ। ਬਖਸ਼ਿਸ਼ ਕਿਸੇ ਵੀ ਯਤਨ ਨਾਲ ਨਹੀਂ ਮਿਲਦੀ। ਇਹਦੀ ਇੱਕ ਛੋਟੀ ਜਿਹੀ ਉਦਾਹਰਣ ਘਰਾਂ ਵਿੱਚ ਜਿਹੜਾ ਪੁੱਤਰ, ਜਿਹੜੀ ਧੀ ਮਾਪਿਆਂ ਦੇ ਆਗਿਆਕਾਰੀ ਹੁੰਦੇ ਨੇ, ਮਾਪਿਆਂ ਦੇ ਹਿਰਦੇ 'ਚੋਂ ਇੱਕ ਅਸੀਸ ਨਿਕਲਦੀ ਹੈ, ਪਰ ਉਹ ਯਤਨਾਂ ਨਾਲ ਨਹੀਂ, ਕੇਵਲ ਆਗਿਆਕਾਰੀ ਹੋ ਕੇ ਹੀ ਮਿਲਦੀ ਹੈ। ਉਹ ਮਿਲਦੀ ਉਦੋਂ ਜਦੋਂ ਮਾਪੇ ਖੁਸ਼ ਹੁੰਦੇ ਨੇ, ਬੱਚੇ ਨੂੰ ਦੇਖ ਕੇ, ਪੁੱਤ ਨੂੰ, ਧੀ ਨੂੰ ਦੇਖ ਕੇ ਖੁਸ਼ ਹੁੰਦੇ ਨੇ, ਅਸੀਸ ਮਿਲਦੀ ਹੈ। ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਕਿਸੇ ਯਤਨਾਂ ਨਾਲ ਨਹੀਂ। ਤੇ ਫਿਰ ਜੇ ਵਾਹਿਗੁਰੂ ਜੀ ਖੁਸ਼ ਹੁੰਦੇ ਨੇ ਤਾਂ ਕਿਸ ਤਰ੍ਹਾਂ ਖੁਸ਼ ਹੁੰਦੇ ਨੇ? ਇੱਥੇ ਸਤਿਗੁਰੂ ਜੀ ਕਹਿੰਦੇ ਤੁਝ ਬਿਨ ਕਵਨ ਰਿਝਾਵੈ ਤੋਹੀ। ਤੁਹਾਡੀ ਬਖਸ਼ਿਸ਼ ਤੋਂ ਬਿਨਾਂ ਤੁਹਾਨੂੰ ਕੌਣ ਰਿਝਾ ਸਕਦਾ ਹੈ? ਤੁਸੀਂ ਆਪ ਹੀ ਖੁਸ਼ ਹੁੰਦੇ ਹੋ, ਆਪ ਹੀ ਬਖਸ਼ਿਸ਼ ਦਿੰਦੇ ਹੋ। ਆਖੋ ਵਾਹਿਗੁਰੂ। ਤੇਰੋ ਰੂਪ ਸਗਲ ਦੇਖ ਮੋਹੀ ਰਹਾਓ। ਤੁਹਾਡੇ ਜਦੋਂ ਰੂਪ ਦੇਖੇ, ਹੁਣ ਇੱਕ ਪਾਸੇ ਵਾਹਿਗੁਰੂ ਜੀ ਨੂੰ ਅਦ੍ਰਿਸ਼ਟ ਕਿਹਾ, ਅੱਖਾਂ ਦੇਖ ਨਹੀਂ ਸਕਦੀਆਂ। ਅਗੋਚਰ ਕਿਹਾ, ਗਿਆਨ ਇੰਦਰੇ ਪਹੁੰਚ ਨਹੀਂ ਸਕਦੇ। ਅਗੰਮ ਕਿਹਾ, ਸਾਡੀ ਸਮਝ ਤੋਂ ਪਰੇ। ਅਬੋਧ ਕਿਹਾ, ਸਾਡੀ ਬੁੱਧ ਤੋਂ ਪਰੇ। ਫਿਰ ਉਹਦੇ ਦਰਸ਼ਨ ਕੀ ਨੇ? ਉਹਨੂੰ ਦੇਖਿਆ ਕਿਵੇਂ ਹੈ?
ਦੁਨੀਆ ਦੇ ਜਿਤਨੇ ਵੀ ਛੋਟੇ ਵੱਡੇ ਵਰਤਾਰੇ ਵਰਤ ਰਹੇ ਨੇ, ਉਹਨੂੰ ਅਸੀਂ ਦੋ ਕੈਟੇਗਰੀ ਦੇ ਵਿੱਚ ਲੈ ਲੈਂਦੇ ਹਾਂ। ਇੱਕ ਚੰਗੇ ਲੱਗਦੇ ਨੇ, ਇੱਕ ਬੁਰੇ ਲੱਗਦੇ ਨੇ। ਜੋ ਚੰਗੇ ਲੱਗਦੇ ਨੇ ਮੋਹ ਵਿੱਚ ਉਲਝ ਜਾਂਦੇ ਹਾਂ, ਜੋ ਬੁਰੇ ਲੱਗਦੇ ਨੇ ਉਹ ਹਿਡਨ ਨਫ਼ਰਤ ਵਿੱਚ ਉਲਝ ਜਾਂਦੇ ਹਾਂ, ਰੰਜਿਸ਼ ਵਿੱਚ ਉਲਝ ਜਾਂਦੇ ਹਾਂ। ਪਰ ਜੇ ਗੁਰੂ ਦੀ ਸੋਝੀ ਰਾਹੀਂ, ਗੁਰੂ ਦੇ ਉਪਦੇਸ਼ ਦੀ ਸੋਝੀ ਰਾਹੀਂ ਦੇਖਣਾ ਹੈ ਤੇ ਦੁਨੀਆ ਦੇ ਹਰ ਵਰਤਾਰੇ ਵਿੱਚ ਰੱਬ ਸੱਚਾ ਗਿਆਨ ਬਣ ਕੇ ਝਲਕ ਰਿਹਾ ਹੈ ਤੇ ਉਹ ਸੱਚਾ ਗਿਆਨ ਸਮਝ ਆ ਜਾਣਾ, ਰੱਬ ਨੂੰ ਦੇਖ ਲਿਆ ਆਖੋ ਵਾਹਿਗੁਰੂ। ਦੂਸਰਾ, ਹਰ ਵਰਤਾਰੇ ਅੰਦਰ, ਹਰ ਜੀਵ ਦੇ ਅੰਦਰ, ਹਰ ਕਰਮ ਦੇ ਪਿੱਛੇ ਰੱਬ ਦਾ ਇੱਕ ਨਿਜ਼ਮ ਚੱਲ ਰਿਹਾ। ਉਸ ਨਿਜ਼ਮ ਨੂੰ ਸਮਝ ਲਿਆ, ਰੱਬ ਦੇ ਰੂਪ ਨੂੰ ਦੇਖ ਲਿਆ ਆਖੋ ਵਾਹਿਗੁਰੂ। ਤੀਸਰਾ, ਹਰ ਇੱਕ ਵਿੱਚ, ਸਭ ਕੁਛ ਵਿੱਚ ਕੋਈ ਨਾ ਕੋਈ ਰੱਬ ਦਾ ਦਿੱਤਾ ਹੋਇਆ ਗੁਣ ਹੈ। ਇਹ ਆਦਤ ਬਣਾਉਣੀ ਪਵੇਗੀ, ਗੁਣਾਂ ਨੂੰ ਫੋਕਸ ਕਰਨਾ ਹੈ, ਗੁਣਾਂ ਦੀ ਡਿਸਕਸ਼ਨ ਕਰਨੀ ਹੈ, ਅੰਦਰ ਸੰਤੁਸ਼ਟੀ ਮਿਲਦੀ ਹੈ, ਖੁਦ ਗੁਣ ਪ੍ਰਾਪਤ ਕਰਨ ਦਾ ਇੱਕ ਜਜ਼ਬਾ ਲਗਨ ਬਣਦੀ ਹੈ। ਹੁਣ ਖੁਦ ਅੰਦਰ ਗੁਣ ਭਰਦੇ ਜਾਂਦੇ ਨੇ ਤੇ ਜਦੋਂ ਵੀ ਗੁਣਾਂ ਨੂੰ ਦੇਖਣਾ ਹੈ, ਗੁਣ ਰੱਬ ਦੀਆਂ ਝਲਕਾਂ ਨੇ, ਇਹ ਉਹਦਾ ਰੂਪ ਹੈ ਆਖੋ ਵਾਹਿਗੁਰੂ। ਚੌਥਾ, ਵੱਖ-ਵੱਖ ਸ਼ਕਤੀਆਂ ਦੇ ਰੂਪ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਬੈਠੇ ਨੇ। ਫੁੱਲ ਦੇ ਵਿੱਚ ਉਹਦੀ ਡੋਡੀ, ਉਹਦੀ ਟਾਹਣੀ, ਉਹ ਬੂਟਾ ਹਰੇ ਰੰਗ ਦਾ ਹੈ। ਕੌਣ ਭਰ ਗਿਆ ਫੁੱਲਾਂ 'ਚ ਰੰਗ? ਕਿਸੇ ਰੰਗ ਵਿੱਚ, ਕਿਸੇ ਫੁੱਲ ਵਿੱਚ ਸਫੈਦ ਰੰਗ, ਕਿਸੇ 'ਚ ਕੇਸਰੀ ਰੰਗ, ਕਿਸੇ 'ਚ ਗੂੜਾ ਲਾਲ ਰੰਗ, ਕਿਸੇ 'ਚ ਜਾਮਨੀ ਰੰਗ। ਕੌਣ ਭਰ ਗਿਆ? ਉਹ ਸ਼ਕਤੀਆਂ ਨੇ ਰੱਬ ਦੀਆਂ ਹਰ ਇੱਕ ਥਾਂ 'ਤੇ ਵੱਖ-ਵੱਖ ਰੂਪ ਵਿੱਚ। ਉਹ ਸ਼ਕਤੀਆਂ ਨੂੰ ਮਹਿਸੂਸ ਕਰਨਾ, ਇਹ ਰੱਬ ਦੇ ਰੂਪ। ਜਦੋਂ ਦੇਖੇ ਤੇਰੋ ਰੂਪ ਸਗਲ ਦੇਖ ਮੋਹੀ, ਮਨ ਮੋਹਿਆ ਗਿਆ ਵਾਹਿਗੁਰੂ ਜੀ। ਸੁਰਗ, ਪਯਾਲ, ਮਿਰਤ, ਭੂ ਮੰਡਲ, ਸਰਬ ਸਮਾਨੋ ਏਕੈ ਉਹੀ। ਪਿਛਲਾ ਸ਼ਬਦ ਰਹਾਉ ਸੀ, ਸੈਂਟਰਲ ਆਈਡੀਆ। ਇਹ ਪਹਿਲਾ ਪਦਾ ਸ਼ੁਰੂ ਹੋ ਰਿਹਾ। ਇਹ ਆਪ ਜੀ ਨੇ ਨੋਟ ਰੱਖਣਾ। ਜੇ ਉਹ ਚੌਪਦਾ ਹੈ ਤੇ ਉਹ 4 ਪਦਿਆਂ ਤੋਂ ਇਲਾਵਾ ਰਹਾਉ ਪਦਾ ਹੁੰਦਾ ਹੈ। ਇਹ 2 ਪਦੇ ਦੇ ਰੂਪ ਵਿੱਚ ਨੇ। ਇਹਦੇ 2 ਪਦਿਆਂ ਤੋਂ ਇਲਾਵਾ ਰਹਾਉ ਪਦਾ ਹੈ। ਇਸ ਲਈ ਰਹਾਉ ਪਦੇ ਦੇ ਹੇਠ ਅਖੀਰ ਤੇ ਵੀ ਇੱਕ ਲਿਖਿਆ ਹੁੰਦਾ ਹੈ। ਰਹਾਉ ਤੋਂ ਪਹਿਲਾਂ ਪੰਕਤੀ ਤੋਂ ਬਾਅਦ ਰਹਾਉ ਤੇ ਪੰਕਤੀ ਦੇ ਵਿਚਕਾਰ ਇੱਕ ਲਿਖਿਆ ਹੁੰਦਾ ਹੈ ਤੇ ਬਾਕੀ ਪਦਿਆਂ ਦੀ ਜਿਹੜੀ ਗਿਣਤੀ ਆ ਉਹ ਅਲੱਗ 1 2 3 4 ਇਦਾਂ ਹੁੰਦੀ ਹੈ। ਹੁਣ ਇੱਥੇ ਇੱਕ ਹੈ ਰਹਾਉ ਤੋਂ ਪਹਿਲਾਂ, ਆ ਜਿਹੜਾ ਪਦਾ ਹੈ ਇਹਦੇ ਵੀ ਅਖੀਰ ਤੇ ਇੱਕ ਹੈ। ਇਹ ਪਹਿਲਾ ਪਦਾ ਸ਼ੁਰੂ ਹੋ ਰਿਹਾ ਹੈ ਕਿ ਜਦੋਂ ਰੱਬ ਦੇ ਸੱਚੇ ਗਿਆਨ ਦੇ ਰੂਪ ਨੂੰ, ਰੱਬ ਨੂੰ ਗੁਣਾਂ ਦੇ ਰੂਪ ਵਿੱਚ, ਸੱਚੇ ਗਿਆਨ ਦੇ ਰੂਪ ਵਿੱਚ, ਨਿਜ਼ਮ ਦੇ ਰੂਪ ਵਿੱਚ, ਸ਼ਕਤੀਆਂ ਦੇ ਰੂਪ ਵਿੱਚ ਜਦੋਂ ਮਹਿਸੂਸ ਕੀਤਾ ਤੇ ਫਿਰ ਇਦਾਂ ਮਹਿਸੂਸ ਹੋਇਆ, ਸੁਰਗ, ਪਯਾਲ, ਮਿਰਤ, ਭੂ ਮੰਡਲ, ਅਲੱਗ-ਅਲੱਗ ਸ਼ਬਦ ਨੇ। ਸਵਰਗ ਵਿੱਚ, ਪਾਤਾਲ ਵਿੱਚ, ਧਰਤੀ 'ਚ, ਭੂ ਮੰਡਲ, ਧਰਤੀ ਦਾ ਚੱਕਰ, ਜਿੱਥੋਂ ਤੱਕ ਵੀ ਬ੍ਰਹਿਮੰਡ ਵਿੱਚ। ਇਹ ਵੱਖ-ਵੱਖ ਅਰਥ ਜਿਹੜੇ ਸ਼ਬਦ ਵਰਤੇ ਜਾਂਦੇ ਨੇ, ਇੱਕ ਕਹਾਵਤ ਦੇ ਰੂਪ ਵਿੱਚ ਵਰਤੇ ਜਾਂਦੇ ਨੇ, ਜਿਵੇਂ ਜਲ ਥਲ ਮਹੀਲ। ਜਾਣੀ ਇਹਦੇ ਅਰਥ ਹੈ ਹਰ ਥਾਂ ਤੇ, ਹਰ ਕੋਨੇ ਵਿੱਚ, ਹਰ ਜ਼ਰੇ ਵਿੱਚ ਵਾਹਿਗੁਰੂ ਜੀ ਤੁਸੀਂ ਇੱਕ ਸਮਾਨ ਵਸਦੇ ਹੋ, ਤੁਹਾਨੂੰ ਦੇਖਿਆ। ਜੇ ਸੱਚੇ ਗਿਆਨ ਦੇ ਰੂਪ ਵਿੱਚ ਦੇਖਣਾ ਹੈ ਨਾ, ਹਰ ਥਾਂ ਤੇ ਇੱਕੋ ਜਿਹਾ ਵਸਦਾ ਆਖੋ। ਗੁਣਾਂ ਦੇ ਰੂਪ ਵਿੱਚ ਦੇਖਣਾ ਹੈ, ਹਰ ਥਾਂ ਤੇ ਇੱਕੋ ਜਿਹਾ ਵਸ ਰਹੇ ਨੇ। ਉਹਨੂੰ ਜਿਨ੍ਹਾਂ ਨੇ ਸਮਝਿਆ, ਸ਼ਿਵ ਸ਼ਿਵ ਕਰਤ ਸਗਲ ਕਰ ਜੋਰ ਹੈ, ਸਰਬ ਮਾਇਆ ਠਾਕੁਰ ਤੇਰੀ ਦੋਹੀ। ਸ਼ਿਵ ਸ਼ਿਵ, ਸਭ ਤੋਂ ਵੱਡੀ ਸ਼ਕਤੀ, ਸਰਬ ਸਮਰੱਥ ਵਾਹਿਗੁਰੂ ਜੀ। ਜਦੋਂ ਉਸ ਨੂੰ ਸਭ ਤੋਂ ਵੱਡੀ ਸ਼ਕਤੀ ਸਮਝ ਕੇ, ਮਹਿਸੂਸ ਕਰ ਕਰਕੇ ਕਰ ਜੋਰ ਹੈ, ਉਹਦੇ ਅੱਗੇ ਸਮਰਪਿਤ ਹੋਣਾ, ਹੱਥ ਜੋੜਨ ਦੇ ਅਰਥ ਹੈ ਸਰੈਂਡਰ ਹੋ ਜਾਣਾ ਰੱਬ ਦੇ ਨਿਯਮਾਂ ਨੂੰ ਫੋਲੋ ਕਰਨ ਵਾਸਤੇ। ਹੇ ਠਾਕੁਰ ਵਾਹਿਗੁਰੂ ਜੀ, ਸਰਬ ਮਾਇਆ ਤੁਹਾਡੀ ਕਿਰਪਾ, ਤੁਹਾਡੀ ਕਿਰਪਾ ਵਾਸਤੇ ਤੇਰੀ ਦੋਹੀ, ਤੇਰੇ ਸਾਹਮਣੇ ਪੁਕਾਰ ਕੀਤੀ ਬਖਸ਼ਿਸ਼ ਮੰਗਣ ਵਾਸਤੇ। ਪਤਿਤ ਪਾਵਨ ਠਾਕੁਰ ਨਾਮ ਤੁਮਰਾ, ਸੁਖਦਾਈ ਨਿਰਮਲ ਸ਼ੀਤਲੋਈ। ਇੱਥੇ ਉੱਪਰਲੇ ਪਦੇ ਪ੍ਰਤੀ ਗੱਲ ਕਹਿਦੇ ਆ, ਇਹ ਸ਼ਿਵ ਸ਼ਬਦ
ਹਿੰਦੂ ਵੀਰਾਂ ਦੇ ਦੇਵਤੇ ਸ਼ਿਵ ਜੀ ਬਾਰੇ ਨਹੀਂ। ਜ਼ਰੂਰੀ ਨਹੀਂ ਹੁੰਦਾ ਕਿ ਉਹ ਸ਼ਬਦ ਉਸੇ ਦੀ ਵਿਆਖਿਆ ਕਰਦਾ ਹੋਵੇ। ਕਈ ਵਾਰੀ ਸ਼ਬਦ ਆਪਣੀ ਵਿਆਖਿਆ 'ਚ ਵੀ ਹੁੰਦਾ ਹੈ। ਜਿਵੇਂ ਬੱਚਾ ਪੜ੍ਹਦਾ ਹੈ, ਲਗਨ ਨਾਲ ਪੜ੍ਹਦਾ ਹੈ, ਮਾਂ ਕਹਿੰਦੀ ਹੈ ਤੇ ਮੇਰਾ ਸ਼ੇਰ ਬਹਾਦਰ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਜਾਨਵਰ ਹੈ। ਇਹ ਵੀ ਨਹੀਂ ਹੈ ਕਿ ਉਹ 4 ਪੈਰ ਤੇ ਇੱਕ ਪੂੰਛ ਵਾਲਾ ਸ਼ੇਰ ਹੈ। ਉਹ ਸ਼ਬਦ ਵਰਤਨ 'ਚ ਕੀ ਹੈ? ਉਹਦੀ ਬਹਾਦਰੀ ਹੈ, ਇਹ ਲਗਨ ਹੈ ਇਹਦੇ ਅੰਦਰ। ਇਸੇ ਤਰ੍ਹਾਂ ਸ਼ਿਵ ਸ਼ਬਦ ਜ਼ਰੂਰੀ ਨਹੀਂ ਅਸੀਂ ਉਸ ਲਈ ਵਰਤਿਆ ਜਾਂਦਾ ਹੈ। ਇਹ ਰੱਬ ਲਈ ਵਰਤਿਆ, ਸਭ ਤੋਂ ਵੱਡੀ ਸੁਪਰੀਮ ਪਾਵਰ ਲਈ ਵਰਤਿਆ। ਤੇ ਵਾਹਿਗੁਰੂ ਜੀ, ਪਤਿਤ ਪਾਵਨ ਠਾਕੁਰ ਨਾਮ ਤੁਮਰਾ, ਸੁਖਦਾਈ ਨਿਰਮਲ ਸ਼ੀਤਲੋਹੀ। ਵਾਹਿਗੁਰੂ ਜੀ, ਤੁਹਾਡਾ ਗਿਆਨ ਰੂਪੀ ਨਾਮ, ਉਪਦੇਸ਼, ਪਤਿਤ ਪਾਵਨ, ਗਿਰੇ ਹੋਏ ਸੁਭਾਅ ਨੂੰ ਗੁਰਮੁਖ ਬਣਾਉਣ ਵਾਲਾ ਹੈ। ਗਿਰੀ ਹੋਈ ਸੋਚ ਨੂੰ ਗੁਰਮਤ ਵਾਲੀ ਸੋਚ ਬਣਾਉਣ ਵਾਲਾ ਤੁਹਾਡਾ ਗਿਆਨ ਰੂਪੀ ਨਾਮ ਹੈ। ਮਨਮੁਖ ਸੁਭਾਅ ਪਤਿਤ ਹੈ, ਗੁਰਮੁਖ ਸੁਭਾਅ ਪਾਵਨ ਹੈ। ਮਨਮਤ ਵਾਲੀ ਸੋਚ ਪਤਿਤ ਹੈ। ਪਤਿਤ ਦੇ ਅਰਥ ਗਿਰੀ ਹੋਈ, ਲੈਵਲ ਤੋਂ ਨੀਚੇ ਚਲੀ ਗਈ। ਗੁਰਮਤ ਵਾਲੀ ਸੋਚ ਪਾਵਨ ਹੈ। ਪਾਵਨ ਭਾਵ ਲੈਵਲ ਤੋਂ ਉੱਚੀ ਚਲੀ ਗਈ। ਰੱਬ ਦਾ ਜੋ ਨਾਮ ਸੱਚਾ ਗਿਆਨ ਹੈ, ਗੁਰੂ ਦੇ ਉਪਦੇਸ਼ ਨੇ, ਉਹਨੇ ਪਤਿਤ ਨੂੰ ਪਾਵਨ ਕੀਤਾ। ਪਤਿਤ ਨੂੰ ਪਾਵਨ ਕਰਨ ਵਾਲਾ ਹੈ ਉਪਦੇਸ਼। ਆਤਮਿਕ ਸੁਖ ਦੇਣ ਵਾਲਾ ਹੈ। ਅੰਦਰ ਨਿਰਮਲ ਬਿਰਤੀ, ਨਿਰਮਲ ਸੁਭਾਅ, ਨਿਰਮਲ ਸੋਚ, ਸ਼ੁੱਧ ਭਾਵਨਾਵਾਂ, ਸ਼ੁੱਧ ਲਗਨ ਪੈਦਾ ਕਰ ਦਿੰਦਾ ਹੈ ਤੁਹਾਡਾ ਉਪਦੇਸ਼। ਅੰਦਰ ਸ਼ੀਤਲਤਾ, ਸੰਤੁਸ਼ਟੀ ਬਖਸ਼ਦਾ ਹੈ, ਆਨੰਦ ਬਖਸ਼ਦਾ ਹੈ। ਕਿਵੇਂ? ਗਿਆਨ ਧਿਆਨ ਨਾਨਕ ਵਡਿਆਈ, ਸੰਤ ਤੇਰੇ ਸੋ ਗਾਲ ਗਲੋਈ। ਗਾਲ ਗਲੋਹੀ, ਗਾਲ ਗਲੋਹੀ ਹੁੰਦੀ ਹੈ ਵਿਚਾਰ, ਚਰਚਾ, ਡਿਸਕਸ਼ਨ। ਗੁਰੂ ਦੇ ਨਾਲ ਡਿਸਕਸ਼ਨ ਕੀਤੀ, ਗੁਰੂ ਦੇ ਉਪਦੇਸ਼ਾਂ ਦੀ ਡਿਸਕਸ਼ਨ ਕੀਤੀ, ਰੱਬੀ ਨਿਜ਼ਮ ਦੀ, ਰੱਬ ਦੇ ਗੁਣਾਂ ਦੀ ਡਿਸਕਸ਼ਨ ਹੋਈ। ਗੁਰਬਾਣੀ ਦੀ ਵਿਚਾਰ ਗੁਰੂ ਦੇ ਨਾਲ ਗਾਲ ਗਲੋਹੀ ਹੈ, ਵਿਚਾਰ ਚਰਚਾ ਹੈ। ਸਿੱਖਣਾ, ਸਮਝਣਾ, ਉਹਦੇ ਵਿੱਚੋਂ ਜਿਹੜੀ ਸੋਝੀ ਮਿਲੀ ਗਿਆਨ, ਉਹੋ ਹੀ ਸਮਾਧੀ ਹੈ। ਆਖੋ ਵਾਹਿਗੁਰੂ। ਧਿਆਨ ਹੁੰਦਾ ਸਮਾਧੀ। ਉਸ ਗਿਆਨ ਨੂੰ ਜਿਉਣ ਦਾ, ਮੰਨਣ ਦਾ ਜੋ ਅੰਦਰ ਭਾਵਨਾ ਲਗਨ ਹੈ, ਉਹ ਸਮਾਧੀ ਹੈ ਗੁਰਸਿੱਖੀ ਦੀ। ਆਖੋ ਵਾਹਿਗੁਰੂ। ਤੇ ਨਾਨਕ ਵਡਿਆਈ, ਇਹ ਰੱਬ ਦੀ ਬਖਸ਼ਿਸ਼ ਹੈ। ਹੁਣ ਸਮਝ ਲਿਓ, ਪ੍ਰੋਸੈਸ ਸਿਖਾ ਦਿੱਤਾ। ਵਾਹਿਗੁਰੂ ਜੀ ਦੀ ਬਖਸ਼ਿਸ਼ ਲੈਣ ਦਾ ਪ੍ਰੋਸੈਸ ਹੈ ਗੁਰੂ ਦੇ ਉਪਦੇਸ਼ਾਂ ਦੀ ਵਿਚਾਰ ਕਰਨੀ, ਜ਼ਿੰਦਗੀ 'ਚ ਮੰਨਣਾ, ਉਸ ਗਿਆਨ ਨੂੰ ਸਮਰਪਿਤ ਹੋ ਜਾਣਾ, ਆਪਾ ਵਾਰ ਦੇਣਾ, ਫੋਕਸ ਰੱਖਣਾ, ਗੁਰੂ ਦੇ ਉਪਦੇਸ਼ ਅਨੁਸਾਰ ਜਿਉਣਾ। ਇਹ ਸਮਾਧੀ ਹੈ, ਧਿਆਨ ਹੈ। ਆਖੋ ਵਾਹਿਗੁਰੂ। ਗੌੜੀ ਮਹੱਲਾ ਪੰਜਵਾਂ, ਅਗਲਾ ਸ਼ਬਦ ਗੌੜੀ ਰਾਗ ਦਾ, ਗੁਰੂ ਅਰਜਨ ਦੇਵ ਸਾਹਿਬ ਜੀ ਦਾ। ਮਿਲੋ ਪਿਆਰੇ ਜੀਆ, ਪਿਆਰੇ ਜੀਆ, ਜੀਵਾਂ ਨਾਲ ਪਿਆਰ ਕਰਨ ਵਾਲੇ ਵਾਹਿਗੁਰੂ ਜੀ, ਤੁਹਾਡਾ ਮਿਲਾਪ ਚਾਹੀਦਾ ਹੈ। ਮਿਲੋ। ਪ੍ਰਭ ਕੀਆ ਤੁਮਾਰਾ ਥੀਆ ਰਹਾਓ। ਵਾਹਿਗੁਰੂ ਜੀ, ਤੁਹਾਡਾ ਹੀ ਆਸਰਾ ਥੀਆ। ਮਨ ਵਿੱਚ ਵਿਸ਼ਵਾਸ ਆ ਗਿਆ, ਪ੍ਰਭੂ ਜੀ, ਜੋ ਤੁਹਾਡਾ ਕੀਤਾ ਹੋਇਆ ਹੈ, ਪ੍ਰਭ ਕੀਆ ਤੁਮਾਰਾ, ਤੁਹਾਡਾ ਕੀਤਾ ਹੋਇਆ, ਕੀਆ ਉਹੀ ਹੁੰਦਾ। ਆਖੋ ਵਾਹਿਗੁਰੂ। ਕਿਉਂਕਿ ਤੁਹਾਡਾ ਇੱਕ ਨਿਜ਼ਮ ਚੱਲ ਰਿਹਾ, ਤੁਹਾਡਾ ਇੱਕ ਆਪਰੇਟਿੰਗ ਸਿਸਟਮ ਹੈ, ਤੁਹਾਡਾ ਇੱਕ ਨਿਜ਼ਮ ਹੈ। ਤੁਹਾਡੇ ਨਿਜ਼ਮ ਵਿੱਚ, ਤੁਹਾਡੇ ਨਿਜ਼ਮ ਅਨੁਸਾਰ ਜੋ ਤੁਸੀਂ ਕੁਛ ਕੀਤਾ, ਉਹੀ ਹੁੰਦਾ ਹੈ। ਪ੍ਰਭ ਕੀਆ ਤੁਮਾਰਾ ਥੀਆ, ਥੀਆ ਉਹੀ ਹੁੰਦਾ ਹੈ। ਰਹਾਉ, ਸੈਂਟਰਲ ਆਈਡੀਆ। ਅਨੇਕ ਜੋਨ ਬਹੁ ਜੋਨੀ ਭ੍ਰਮਿਆ, ਬਹੁਰ ਬਹੁਰ ਦੁੱਖ ਪਾਇਆ। ਇਹ ਜਿਹੜਾ ਜਦੋਂ ਜਨਮ ਹੋਇਆ ਨਾ, ਜਨਮ ਤਾਂ ਇਨਸਾਨ ਦਾ ਹੋਇਆ, ਪਰ ਮਨ ਕੁਸੰਗੀ ਪ੍ਰਵਿਰਤੀਆਂ ਵਿੱਚ ਪਸ਼ੂਆਂ ਦੀ ਜੂਨੀ ਵਿੱਚ ਭਰਮਿਆ। ਆਖੋ ਵਾਹਿਗੁਰੂ। ਪ੍ਰੈਜ਼ੈਂਟ ਟੈਂਸ ਹੈ, ਫਿਊਚਰ ਨਹੀਂ ਹੈ। ਭਰਮੇਗਾ ਨਹੀਂ, ਭਰਮਿਆ। ਇਹ ਮਨ ਇਹਨਾਂ ਇੱਥੇ ਪਾਸਟ ਟੈਂਸ ਵੀ ਨਹੀਂ ਹੈ, ਧਿਆਨ ਦੇਣਾ। ਇਹ ਨਾ ਤਾਂ ਇਹ ਭੂਤਕਾਲ ਹੈ, ਨਾ ਇਹ ਫਿਊਚਰ ਹੈ, ਪ੍ਰੈਜ਼ੈਂਟ ਹੈ। ਇਹ ਮਨ ਜਿਹੜਾ ਹੈ ਨਾ, ਵੱਖ-ਵੱਖ ਪਸ਼ੂ ਪ੍ਰਵਿਰਤੀਆਂ ਵਿੱਚ ਭਰਮਿਆ ਹੋਇਆ, ਭਟਕਿਆ ਹੋਇਆ, ਬਹੁਰ ਬਹੁਰ ਦੁੱਖ ਪਾਵੈ। ਬਾਰ-ਬਾਰ ਉਹ ਪਸ਼ੂ ਪ੍ਰਵਿਰਤੀਆਂ ਦੇ ਸੁਭਾਅ ਨੂੰ ਵਰਤਦਾ ਹੈ। ਉਹਨੂੰ ਸਤਿਗੁਰੂ ਜੀ ਕਹਿੰਦੇ ਮਨ ਜੂਨੀਆਂ 'ਚ ਜਾਂਦਾ ਹੈ, ਉਹਦੇ 'ਚ ਦੁੱਖ ਸਹੇੜਦਾ, ਦੁੱਖ ਪਾਉਂਦਾ ਹੈ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਵਾਹਿਗੁਰੂ ਜੀ, ਜਦੋਂ ਤੁਹਾਡੀ ਬਖਸ਼ਿਸ਼ ਹੁੰਦੀ ਹੈ,
ਬਖਸ਼ਿਸ਼ ਕੀ ਹੈ? ਸੱਚਾ ਗਿਆਨ ਬਣ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸ਼ਸ਼ੋਭਤ ਹੋ, ਅਤੇ ਸੱਚਾ ਗਿਆਨ ਬਣ ਕੇ ਜਦੋਂ ਉਪਦੇਸ਼ ਮਨ ਨੂੰ ਚੰਗੇ ਲੱਗਦੇ ਨੇ, ਮਨ ਉਹਨਾਂ ਉਪਦੇਸ਼ਾਂ ਨੂੰ ਮੰਨਦਾ ਹੈ। ਅਤੇ ਇੱਥੇ ਮਨੁੱਖ ਦੇਹ ਦੇ ਅਰਥ ਆ ਸਰੀਰ ਨਹੀਂ ਹੈ, ਇਹ ਹੈ ਗੁਰਮੁਖ ਜੀਵਨ। ਆਖੋ ਵਾਹਿਗੁਰੂ। ਗੁਰਸਿੱਖੀ ਦਾ ਜੀਵਨ, ਇਨਸਾਨੀਅਤ ਦਾ ਜੀਵਨ। ਮਨ ਪਸ਼ੂ ਪ੍ਰਵਿਰਤੀਆਂ ਦੀਆਂ ਜੂਨੀਆਂ 'ਚ ਭਟਕਦਾ ਹੈ, ਤੁਹਾਡੀ ਕਿਰਪਾ ਹੋਈ ਅਤੇ ਇਹ ਇਨਸਾਨੀਅਤ ਦੀ ਗੁਰਸਿੱਖੀ ਜੀਵਨ ਦਾ ਦਾਤ ਪ੍ਰਾਪਤ ਹੋ ਗਈ। ਇਸ ਲਈ ਅਰਦਾਸ ਹੈ, ਵਾਹਿਗੁਰੂ ਜੀ ਦੇਹੋ ਦਰ ਸਹਾਰਾ ਆਇਆ। ਤੁਸੀਂ ਰਾਜੇ ਹੋ, ਤੁਹਾਡਾ ਰਾਜ ਚੱਲਦਾ, ਤੁਹਾਡਾ ਨਿਜ਼ਮ ਚੱਲਦਾ। ਹਰ ਵੇਲੇ ਤੁਹਾਡੇ ਦਰਸ਼ਨ ਹੋਣ, ਹਰ ਵਰਤਾਰੇ ਵਿੱਚੋਂ ਤੁਹਾਨੂੰ ਗਿਆਨ ਸਰੂਪ ਦੇ ਰੂਪ ਵਿੱਚ ਦੇਖਦਾ ਰਵਾਂ, ਗੁਣਾਂ ਦੇ ਰੂਪ ਵਿੱਚ ਦੇਖਾਂ, ਨਿਜ਼ਮ ਦੇ ਰੂਪ ਵਿੱਚ ਦੇਖਾਂ, ਸ਼ਕਤੀਆਂ ਦੇ ਰੂਪ ਵਿੱਚ ਦੇਖਾਂ। ਵਾਹਿਗੁਰੂ ਜੀ, ਤੁਹਾਨੂੰ ਹਾਜ਼ਰ ਨਾਜ਼ਰ ਮਹਿਸੂਸ ਕਰਾਂ। ਆਖੋ ਵਾਹਿਗੁਰੂ। ਸੋਈ ਹੋਆ ਜੋ ਤਿਸ ਭਾਣਾ, ਅਬਰ ਨਾ ਕਿਨ ਹੀ ਜਾਤਾ। ਰੱਬ ਨੇ ਇੱਕ ਨਿਜ਼ਮ ਬਣਾ ਦਿੱਤਾ, ਜਿਹੜਾ ਇਸ ਪਾਸੇ ਜਾਏਗਾ ਉਹਨੂੰ ਰੱਬ ਨੂੰ ਕੀ ਚੰਗਾ ਲੱਗਦਾ, ਇਹ ਭਟਕਣਾ ਜਾਏਗਾ। ਜਿਹੜਾ ਇਸ ਪਾਸੇ ਜਾਏਗਾ ਰੱਬ ਨੂੰ ਕੀ ਚੰਗਾ ਲੱਗਦਾ, ਬਖਸ਼ਿਸ਼ ਵਾਲੇ ਪਾਸੇ ਜਾਏਗਾ। ਦੋ ਰਾਹ ਬਣਾ ਦਿੱਤੇ, ਇੱਕ ਲਿਵ, ਇੱਕ ਧਾਤ। ਇੱਕ ਮਟੀਰੀਅਲਿਸਟਿਕ ਥਾਟ, ਪਦਾਰਥਵਾਦੀ ਸੋਚ, ਇੱਕ ਸਪਿਰਿਚੁਅਲਿਜ਼ਮ ਥਾਟ, ਅਧਿਆਤਮਵਾਦੀ ਸੋਚ। ਇੱਕ ਕਹਿੰਦਾ ਹੈ ਬਖਸ਼ਿਸ਼ ਲੈਣੀ ਹੈ ਭਾਵੇਂ ਸਭ ਕੁਛ ਵਾਰਨਾ ਪਵੇ, ਇੱਕ ਕਹਿੰਦਾ ਦੁਨਿਆਵੀ ਪ੍ਰਾਪਤੀਆਂ ਚਾਹੀਦੀਆਂ ਨੇ ਭਾਵੇਂ ਧਰਮ ਦਾ ਮਾਰਗ ਛੱਡਣਾ ਪਵੇ, ਗੁਰੂ ਦਾ ਮਾਰਗ ਛੱਡਣਾ ਪਵੇ। ਦੋ ਸੋਚ ਅਲੱਗ ਅਲੱਗ ਹੈ। ਰੈਫਰੀ ਹੈ ਨਾ, ਮੈਚ ਦੇ ਵਿੱਚ ਵਾਚ ਕਰ ਰਿਹਾ ਟੀਮਾਂ ਨੂੰ, ਟੀਮਾਂ ਗੇਮ ਖੇਲ ਰਹੀਆਂ ਨੇ, ਇੱਕ ਫਾਉਲ ਹੈ ਜਾਂ ਫੇਲ ਹੋ ਗਿਆ ਜਾਂ ਫਾਉਲ ਖੇਡ ਗਿਆ, ਇੱਕ ਸਕਸੈਸ ਹੋ ਗਿਆ। ਰੈਫਰੀ ਨੂੰ ਕੀ ਚੰਗਾ ਲੱਗਦਾ ਕਿ ਉਹਨੂੰ ਵਿਨਰ ਕਰਾਰ ਦੇ ਦੇਣਾ, ਇਹਨੂੰ ਹਾਰਿਆ ਹੋਇਆ ਕਰਾਰ ਦੇ ਦੇਣਾ। ਕਿਉਂਕਿ ਰੈਫਰੀ ਨੂੰ ਨਾ ਕਿਸੇ ਨਾਲ ਲਗਾਵ ਹੈ, ਨਾ ਕਿਸੇ ਨਾਲ ਵਿਰੋਧ ਹੈ। ਰੈਫਰੀ ਨੇ ਤਾਂ ਨਿਜ਼ਮ ਦੇਖਣਾ ਹੈ। ਇਸੇ ਤਰ੍ਹਾਂ ਵਾਹਿਗੁਰੂ ਜੀ ਨੇ ਨਿਜ਼ਮ ਦੇਖਣਾ ਹੈ। ਨਿਜ਼ਮ ਅਨੁਸਾਰ ਜੋ ਕੁਛ ਵੀ ਹੁੰਦਾ ਵਾਹਿਗੁਰੂ ਜੀ, ਉਹ ਨਿਜ਼ਮ ਅਨੁਸਾਰ ਜੋ ਤੁਹਾਨੂੰ ਚੰਗਾ ਲੱਗਦਾ ਉਹੀ ਹੁੰਦਾ। ਸੋਈ ਹੋਆ ਜੋ ਤਿਸ ਭਾਣਾ, ਅਬਰ ਨਾ ਕਿ ਨਹੀਂ ਜਾਤਾ। ਉਹਦੇ 'ਚ ਕੋਈ ਹੋਰ ਕੁਛ ਨਹੀਂ ਕਰ ਸਕਦਾ। ਤੁਮਰੈ ਭਾਣਾ ਭ੍ਰਮ ਮੋਹਿ ਮੋਹਿਆ, ਜਾਗਤ ਨਾਹੀ ਸੂਤਾ। ਜਿਹੜਾ ਭਰਮ ਵਿੱਚ ਹੈ, ਦੁਨਿਆਵੀ ਪ੍ਰਾਪਤੀਆਂ ਦੇ ਮੋਹ ਵਿੱਚ ਗਰਸਿਆ ਹੋਇਆ ਹੈ, ਭਰਮ ਵਿੱਚ ਭਟਕਿਆ ਹੋਇਆ, ਦੁਨਿਆਵੀ ਪ੍ਰਾਪਤੀਆਂ ਨੂੰ ਸਭ ਕੁਝ ਮੰਨ ਕੇ ਉਹ ਗੁਰੂ ਦੇ ਮਾਰਗ ਤੋਂ, ਰੱਬ ਦੇ ਮਾਰਗ ਤੋਂ, ਪਰਉਪਕਾਰ ਦੇ ਮਾਰਗ ਤੋਂ ਲਾਪਰਵਾਹ ਹੋ ਗਿਆ। ਕੋਈ ਗੱਲ ਨਹੀਂ, ਉਹ ਸੁੱਤਾ ਹੋਇਆ ਹੈ, ਜਾਗਦਾ ਹੀ ਨਹੀਂ। ਆਖੋ ਵਾਹਿਗੁਰੂ। ਜਾਗਤ ਨਾਹੀ ਸੁੱਤਾ, ਮਨ ਸੁੱਤਾ ਪਿਆ। ਲਾਪਰਵਾਹੀ ਸੌਣਾ ਹੈ, ਇਹਨੂੰ ਯਾਦ ਰੱਖਿਓ। ਇਗਨੋਰੈਂਟ। ਮਾਂ ਕੁਛ ਆਵਾਜ਼ ਦਿੰਦੀ ਹੈ ਬੱਚੇ ਨੂੰ, ਡੈਡੀ ਆਵਾਜ਼ ਦਿੰਦੇ ਨੇ, ਬੱਚਾ ਗੇਮ ਖੇਲਦਾ ਏ, ਮਸਤ ਹੈ ਉਹਦੇ 'ਚ, ਇਗਨੋਰ ਕਰਦਾ, ਲਾਪਰਵਾਹ ਹੈ, ਸੋਝੀ ਨਹੀਂ। ਇਹ ਲਾਪਰਵਾਹੀ ਦੀ ਨੀਂਦ ਅੱਜ ਤਾਂ ਮਮਤਾ ਦੇ ਪਿਆਰ ਵਿੱਚ ਛੁਪ ਜਾਏਗੀ। ਇਸ ਲਾਪਰਵਾਹੀ ਨੇ ਜ਼ਿੰਦਗੀ ਦੀ ਦਿਸ਼ਾ ਗਲਤ ਪਾਸੇ ਲੈ ਜਾਣੀ। ਆਖੋ ਸੁੱਤਾ ਹੋਇਆ। ਬਿਨੋ ਸੁਨੋ ਤੁਮ ਪ੍ਰਾਨ ਪਤ ਪਿਆਰੇ, ਕਿਰਪਾ ਨਿਧ ਦਇਆਲਾ। ਹੇ ਵਾਹਿਗੁਰੂ ਜੀ, ਤੁਸੀਂ ਕਿਰਪਾ ਦੇ ਖਜ਼ਾਨੇ ਹੋ, ਬਖਸ਼ਿਸ਼ ਦੇ ਖਜ਼ਾਨੇ ਹੋ। ਤੁਸੀਂ ਦਇਆਲੂ ਹੋ, ਦਇਆ ਕਰਦੇ ਹੋ। ਸਾਡੇ ਆਤਮਿਕ ਜੀਵਨ ਦੇ ਵੀ ਅਤੇ ਸਾਡੇ ਸਰੀਰਕ ਜੀਵਨ ਦੇ ਵੀ ਪ੍ਰਾਣਾਂ ਦੇ ਪਿਆਰੇ ਤੁਸੀਂ ਹੋ। ਸਾਨੂੰ ਆਪਣੇ ਜੀਵਨ ਨਾਲੋਂ ਵੀ ਵੱਧ ਪਿਆਰੇ ਹੋ, ਪ੍ਰਾਣਪਤ ਪਿਆਰੇ, ਪ੍ਰਾਣਾਂ ਤੋਂ ਪਿਆਰੇ ਪਤੀ ਹੋ ਸਾਡੇ, ਸਾਡੇ ਲਈ ਸਭ ਕੁਛ ਹੋ। ਸਾਡੀ ਅਰਦਾਸ ਹੈ ਵਾਹਿਗੁਰੂ ਜੀ, ਅਰਦਾਸ ਸੁਣਿਓ। ਅਰਦਾਸ ਕਿਹੜੀ? ਰਾਖ ਲਿਓ ਪਿਤਾ ਪ੍ਰਭ ਮੇਰੇ, ਅਨਾਥਾਂ ਕਰ ਪ੍ਰਤਪਾਲਾ। ਅਸੀਂ ਅਨਾਥ ਹਾਂ, ਸਾਡਾ ਕੋਈ ਓਟ ਆਸਰਾ ਨਹੀਂ। ਸਾਨੂੰ ਕੁਸੰਗ ਤੋਂ, ਭਰਮ ਤੇ ਭਟਕਣਾ ਤੋਂ, ਨਾ ਸਮਝੀ ਤੋਂ, ਮਨਮੁਖਤਾਈ ਤੋਂ, ਮਨਮਤ ਵਾਲੀ ਸੋਚ ਤੋਂ ਵਾਹਿਗੁਰੂ ਜੀ ਰੱਖ ਲਓ। ਕਿਰਪਾ ਕਰੋ, ਬਖਸ਼ਿਸ਼ ਕਰੋ। ਗੁਰਮੁਖ ਸੁਭਾਅ ਤੇ ਗੁਰਮਤ ਵਾਲੀ ਸੋਚ ਦੇ ਦਿਓ। ਜਿਸ ਨੂੰ ਤੁਮਹਿ ਦਿਖਾਇਓ ਦਰਸ਼ਨ, ਸਾਧ ਸੰਗਤ ਕੈ ਪਾਛੈ। ਜਦੋਂ ਗੁਰੂ ਦੀ ਬਾਣੀ ਨੂੰ ਸਮਝਿਆ, ਗੁਰੂ ਦੇ ਉਪਦੇਸ਼ ਨੂੰ ਫੋਲੋ ਕੀਤਾ, ਗੁਰੂ ਦੀ ਸੰਗਤ ਦੇ ਪਿੱਛੇ ਤੁਰੇ। ਆਖੋ ਵਾਹਿਗੁਰੂ। ਉਪਦੇਸ਼ ਨੂੰ ਫੋਲੋ ਕੀਤਾ, ਪ੍ਰੈਕਟੀਕਲ ਸੋਚ ਸੁਭਾਅ 'ਤੇ ਲਾਗੂ ਕਰਕੇ ਜਦੋਂ ਮੰਨਿਆ, ਵਾਹਿਗੁਰੂ ਜੀ ਤੁਸੀਂ ਦਰਸ਼ਨ ਦਿਖਾ ਦਿੱਤੇ, ਤੁਹਾਡੇ ਰੂਪ ਦਿਖਾ ਦਿੱਤੇ। ਵਾਹਿਗੁਰੂ ਜੀ ਦੇ ਰੂਪ। ਆਹ ਅਰਦਾਸ ਹੈ ਵਾਹਿਗੁਰੂ ਜੀ, ਗੁਰੂ ਕੀ
ਉਪਦੇਸ਼ ਦੀ ਸੰਗਤ ਕਰਾਂ, ਉਪਦੇਸ਼ ਨੂੰ ਫੋਲੋ ਕਰਾਂ ਤੇ ਤੁਹਾਡੇ ਦਰਸ਼ਨ ਹੁੰਦੇ ਰਹਿਣ। ਹਰ ਵਰਤਾਰੇ ਵਿੱਚੋਂ ਤੁਹਾਡੇ ਗਿਆਨ ਦੇ ਦਰਸ਼ਨ ਹੋਣ, ਉਹਨੂੰ ਫੋਲੋ ਕਰਾਂ। ਹਰ ਵਰਤਾਰੇ ਵਿੱਚੋਂ, ਹਰ ਜੀਵ ਵਿੱਚੋਂ ਤੁਹਾਨੂੰ ਗੁਣਾਂ ਦੇ ਰੂਪ ਵਿੱਚ ਦੀਦਾਰ ਕਰਾਂ, ਉਹਨਾਂ ਗੁਣਾਂ ਨੂੰ ਜ਼ਿੰਦਗੀ 'ਚ ਜਿਉਵਾਂ। ਤੁਹਾਡੇ ਨਿਜ਼ਮ ਦੇ ਦੀਦਾਰ ਕਰਾਂ, ਨਿਜ਼ਮ ਦੇ ਰੂਪ ਵਿੱਚ ਤੁਹਾਨੂੰ ਦੇਖਾਂ, ਤੁਹਾਡੇ ਨਿਜ਼ਮ ਨੂੰ ਫੋਲੋ ਕਰਾਂ। ਤੁਹਾਡੇ ਲਈ ਆਪਾ ਵਾਰ ਦੇਵਾਂ। ਆਹ ਅਰਦਾਸ ਹੈ। ਕਰ ਕਿਰਪਾ ਧੂਰ ਦੇਹੋ ਸੰਤਨ ਕੀ, ਸੁਖ ਨਾਨਕ ਇਹ ਬਾਛੈ। ਗੁਰੂ ਕੇ ਪਿਆਰੇ, ਰੱਬੀ ਮਾਰਗ ਤੇ ਤੁਰਨ ਵਾਲੇ, ਉਹਨਾਂ ਦੇ ਜਿਹੜੇ ਗੁਣ ਨੇ, ਉਹਨਾਂ ਦੇ ਗੁਣਾਂ ਦਾ, ਉਹਨਾਂ ਦੀਆਂ ਚੰਗਿਆਈਆਂ ਦਾ ਪ੍ਰਭਾਵ ਸਾਡੇ ਤੇ ਪੈ ਜਾਵੇ। ਇਹਨੂੰ ਸੰਤਨ ਕੀ ਧੂਰ ਕਿਹਾ। ਗੁਰੂ ਦੇ ਉਪਦੇਸ਼ ਦਾ ਪ੍ਰਭਾਵ ਸਾਡੇ ਤੇ ਪੈ ਜਾਵੇ, ਇਹਨੂੰ ਗੁਰੂ ਦੀ ਧੂੜੀ ਕਿਹਾ। ਇਹਦੇ 'ਚੋਂ ਆਤਮਿਕ ਸੁੱਖ ਮਿਲਦਾ ਹੈ। ਬਸ ਇਹੀ ਇੱਛਾ ਹੈ। ਵਾਹਿਗੁਰੂ ਜੀ, ਅਰਦਾਸ ਪੂਰੀ ਕਰੋ। ਗੌੜੀ ਮਹੱਲਾ ਪੰਜਵਾਂ, ਗੌੜੀ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਹਉ ਤਾਂ ਕੈ ਬਲਿਹਾਰੀ। ਵਾਹਿਗੁਰੂ ਜੀ, ਮੈਂ ਉਹਨਾਂ ਤੋਂ ਕੁਰਬਾਨ ਜਾਨਾ, ਜਾ ਕੇ ਕੇਵਲ ਨਾਮ ਆਧਾਰੀ, ਜਿਨ੍ਹਾਂ ਨੂੰ ਕੇਵਲ ਤੁਹਾਡੇ ਨਾਮ ਦਾ ਆਸਰਾ ਹੈ। ਜਿਹੜੇ ਦੇਖੋ, ਬੰਦਾ ਕਿਸ ਲਈ ਆਪਾ ਵਾਰਦਾ ਹੈ? ਜਿਸ ਨੂੰ ਆਪਣਾ ਆਸਰਾ ਮੰਨਦਾ ਹੈ। ਦੁਨਿਆਵੀ ਜੀਵਨ ਜਿਉਂ ਕੇ ਸਾਨੂੰ ਇਹ ਲੱਗਦਾ ਹੈ ਕਿ ਦੁਨਿਆਵੀ ਪ੍ਰਾਪਤੀਆਂ, ਪੈਸਾ, ਪ੍ਰਾਪਰਟੀ ਇਹੋ ਹੀ ਸੁੱਖਾਂ ਦਾ ਆਸਰਾ ਹੈ। ਇਹਦੇ ਬਿਨਾਂ ਸੁੱਖ ਨਹੀਂ। ਇਹ ਸਮਝ, ਇਹ ਸੋਚ ਦੁਨੀਆ ਤੋਂ ਸਿੱਖੀ, ਅਸੀਂ ਸਮਾਜ ਤੋਂ ਸਿੱਖੀ, ਸ਼ਰੀਕੇ ਨੇ ਸਿਖਾਈ। ਪਰ ਗੁਰੂ ਪਾਤਸ਼ਾਹ ਕਹਿੰਦੇ ਨਹੀਂ, ਜਿੰਨੀਆਂ ਦੁਨੀਆ ਦੀਆਂ ਪ੍ਰਾਪਤੀਆਂ ਵੱਧ ਕਰੇਗਾ, ਉਤਨੇ ਤੇਰੇ ਖਰਚੇ ਵਧਣਗੇ, ਉਤਨੀ ਟੈਨਸ਼ਨ ਵਧੇਗੀ, ਉਤਨੀ ਉਲਝਣ ਤਾਣੀ ਵਧੇਗੀ। ਉਸ ਉਲਝਣ ਤਾਣੀ ਵਿੱਚ ਤੇਰੀ ਲਾਈਫ ਇੰਨੀ ਫਾਸਟ ਹੋ ਜਾਏਗੀ, ਘਰ ਵਿੱਚ ਬਹੁਤ ਕੁਝ ਕਰਨ ਵਾਲਾ ਹੈ, ਤੇਰੇ ਕੋਲੇ ਟਾਈਮ ਨਹੀਂ ਹੋਏਗਾ। ਬੱਚਿਆਂ ਲਈ ਬਹੁਤ ਕੁਝ ਕਰਨ ਵਾਲਾ ਹੈ, ਤੇਰੇ ਕੋਲੇ ਟਾਈਮ ਨਹੀਂ ਹੋਏਗਾ। ਤੇਰੀ ਜ਼ਿੰਦਗੀ ਇਤਨੀ ਉਲਝ ਜਾਏਗੀ। ਮਾਂ ਬਾਪ ਲਈ ਬਹੁਤ ਕੁਝ ਕਰਨ ਵਾਲਾ ਹੈ, ਉਹਨਾਂ ਨੇ ਜ਼ਿੰਦਗੀ 'ਚ ਇੰਨਾ ਕੁਝ ਕੀਤਾ। ਹੁਣ ਮਾਪਿਆਂ ਦੀ ਵਾਰੀ ਆਈ ਹੈ, ਉਹਨਾਂ ਦੀ ਸੇਵਾ ਲਈ ਬਹੁਤ ਕੁਝ ਕਰਨ ਵਾਲਾ ਹੈ, ਪਰ ਤੇਰੇ ਕੋਲੇ ਟਾਈਮ ਨਹੀਂ ਹੋਏਗਾ। ਗੁਰੂ ਦੇ ਮਾਰਗ ਲਈ, ਰੱਬ ਦੇ ਮਾਰਗ ਲਈ ਬਹੁਤ ਕੁਝ ਕਰਨ ਵਾਲਾ ਹੈ, ਤੇਰੇ ਕੋਲੇ ਟਾਈਮ ਨਹੀਂ ਹੋਏਗਾ। ਤੂੰ ਗੁਰੂ ਦਾ ਪਰਉਪਕਾਰੀ ਬਣਨਾ ਹੈ, ਪਰਉਪਕਾਰ ਲਈ ਬਹੁਤ ਕੁਝ ਕਰਨ ਵਾਲਾ ਹੈ, ਤੇਰੇ ਕੋਲੇ ਟਾਈਮ ਨਹੀਂ ਹੋਏਗਾ। ਕਿਉਂ? ਤੈਨੂੰ ਜਿਹੜਾ ਆਸਰਾ ਦਿਖਾਈ ਦਿੰਦਾ ਨਾ, ਉਹ ਕੱਚਾ ਹੈ। ਆਖੋ ਵਾਹਿਗੁਰੂ। ਉਹਦੇ 'ਚੋਂ ਅਖੀਰ ਤੇ ਪਛਤਾਵੇ ਪੱਲੇ ਪੈਂਦੇ। ਪਰ ਗੁਰੂ ਨੇ ਕੀ ਸਿਖਾਇਆ? ਓਟ ਆਸਰਾ ਹੈ ਬਖਸ਼ਿਸ਼। ਜਿਸ ਨੂੰ ਆਸਰਾ ਮੰਨਿਆ, ਉਹਦੇ ਲਈ ਆਪਾ ਵਾਰ ਦਿੱਤਾ। ਆਖੋ ਵਾਹਿਗੁਰੂ। ਜਿਨ੍ਹਾਂ ਨੇ ਆਪਾ ਵਾਰਿਆ, ਜਿਹੜੇ ਇਸ ਮਾਰਗ ਤੇ ਤੁਰੇ, ਜਿਨ੍ਹਾਂ ਨੇ ਗਿਆਨ ਰੂਪੀ ਨਾਮ ਨੂੰ ਆਧਾਰ ਮੰਨ ਕੇ, ਧਿਆਨ ਰੂਪੀ ਨਾਮ ਨੂੰ ਓਟ ਆਸਰਾ ਮੰਨ ਕੇ ਗੁਰੂ ਦੀ ਕੌਮ ਲਈ ਪਰਉਪਕਾਰ ਦੇ ਮਿਸ਼ਨ ਤੇ ਆਪਾ ਵਾਰ ਦਿੱਤਾ। ਵਾਹਿਗੁਰੂ ਜੀ, ਇਹ ਬਖਸ਼ਿਸ਼ ਤੋਂ ਬਿਨਾਂ ਨਹੀਂ ਹੁੰਦਾ। ਬਖਸ਼ਿਸ਼ ਮੈਨੂੰ ਵੀ ਦੇ ਦਿਓ। ਮੈਂ ਕੁਰਬਾਨ ਜਾਨਾਂ ਦੇ ਅਰਥ ਆਹ ਹੈ। ਵਾਹਿਗੁਰੂ ਜੀ, ਉਹਨਾਂ ਦੇ ਅੰਦਰ ਜਜ਼ਬਾ ਹੈ, ਲਗਨ ਹੈ, ਉਹ ਜਜ਼ਬਾ ਲਗਨ ਮੈਨੂੰ ਵੀ ਦੇ ਦਿਓ। ਮੈਂ ਕੁਰਬਾਨ ਜਾਨਾਂ ਉਹਨਾਂ ਤੋਂ। ਕੁਰਬਾਨ ਜਾਨਾਂ ਦੇ ਭਾਵ ਉਹਨਾਂ ਦੇ ਚੰਗੇ ਗੁਣ, ਜਜ਼ਬਾ, ਲਗਨ ਉਹ ਸਾਡੇ ਵਿੱਚ ਵੀ ਆ ਜਾਣ। ਰਹਾਓ ਸੈਂਟਰਲ ਆਈਡੀਆ ਹੈ ਸ਼ਬਦ ਦਾ। ਮਹਿਮਾ ਤਾਕੀ ਕੇਤਕ ਗਨੀਐ, ਜਨ ਪਾਰ ਬ੍ਰਹਮ ਰੰਗ ਰਾਤੇ। ਜਿਹੜੇ ਵਾਹਿਗੁਰੂ ਜੀ ਦੇ ਸੇਵਕ ਬਣ ਕੇ ਉਹਦੇ ਪਿਆਰ ਵਿੱਚ ਭਿੱਜੇ ਹੋਏ, ਉਹਦੇ ਲਈ ਆਪਾ ਵਾਰਦੇ ਨੇ। ਜਿਹੜੇ ਗੁਰੂ ਕਲਗੀਧਰ ਸਾਹਿਬ ਜੀ ਦੇ ਪੁੱਤਰ ਬਣ ਕੇ, ਬਾਬੇ ਨਾਨਕ ਦੇ ਪੁੱਤਰ ਧੀਆਂ ਬਣ ਕੇ, ਗੁਰੂ ਦੇ ਪਿਆਰੇ ਪੁੱਤਰ ਤੇ ਪਿਆਰੇ ਧੀਆਂ ਬਣ ਕੇ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੁੱਤਰ ਬਣ ਕੇ ਗੁਰੂ ਦੀ ਕੌਮ ਲਈ ਆਪਾ ਵਾਰਦੇ ਨੇ, ਪਿਆਰ ਵਿੱਚ ਭਿੱਜੇ ਨੇ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ ਤਾਂ ਕਰਨੀ ਦੂਰ ਦੀ ਬਾਤ ਹੈ। ਉਹਨਾਂ ਦੀਆਂ ਅੰਦਰਲੀਆਂ ਭਾਵਨਾ, ਜਜ਼ਬਿਆਂ ਨੂੰ ਪਰਖਣਾ ਵੀ ਔਖਾ ਹੈ। ਆਖੋ ਵਾਹਿਗੁਰੂ। ਉਹ ਨਹੀਂ ਵਰਣਨ ਹੋ ਸਕਦਾ। ਜਿਹਨੇ ਕਦੀ ਜਿਉਇਆ ਨਹੀਂ, ਜਿਹਦੇ ਅੰਦਰ ਉਹ ਲਗਨ ਦਾ ਲੈਵਲ ਨਹੀਂ, ਜਿਹਦੇ ਅੰਦਰ ਉਹ ਆਪਾ ਵਾਰਨ ਦੀ ਭਾਵਨਾ ਨਹੀਂ, ਉਹ ਜਜ਼ਬਾ ਨਹੀਂ, ਉਹ ਨੀਵੇਂ ਲੈਵਲ ਵਾਲਾ ਉੱਚੇ ਲੈਵਲ ਨੂੰ ਕਿਵੇਂ ਸਮਝ ਸਕੇਗਾ? ਉਹਨਾਂ ਦੀ ਮਹਿਮਾ ਗੁਰੂ ਪਾਤਸ਼ਾਹ ਖੁਦ ਕਹਿੰਦੇ ਨੇ, ਵਰਣਨ ਨਹੀਂ ਕੀਤੀ ਜਾ ਸਕਦੀ। ਸੂਖ ਸਹਿਜ ਆਨੰਦ ਤਿਨਾ ਸੰਗ, ਉਨ ਸੰਸਰ ਅਵਰ ਨਾ ਦਾਤੇ। ਉਹਨਾਂ ਕੋਲ ਬੈਠਦੇ ਆ ਨਾ,
ਉਹਨਾਂ ਦੀਆਂ ਗੱਲਾਂ ਤੋਂ, ਉਹਨਾਂ ਦੇ ਜੀਵਨ ਤੋਂ ਲਗਨ ਝਲਕਦੀ ਹੈ, ਜਜ਼ਬਾ ਝਲਕਦਾ ਹੈ। ਜਦੋਂ ਉਹਨਾਂ ਨੂੰ ਮਿਲਦੇ ਆ ਨਾ, ਉਹਨਾਂ ਦੇ ਮਿਲਣ ਦੇ ਨਾਲ ਚਾਰ ਸਫੇਰੇ ਇੱਕ ਮਾਹੌਲ ਸਿਰਜਿਆ ਜਾਂਦਾ। ਆਪਾਂ ਘਰ ਵਿੱਚ ਬੈਠੇ ਆ, ਦੁਨਿਆਵੀ ਝੰਜਟਾਂ ਵਿੱਚ, ਦੁਨਿਆਵੀ ਚਿੰਤਾਵਾਂ ਵਿੱਚ, ਦੁਨਿਆਵੀ ਫਿਕਰਾਂ ਵਿੱਚ। ਗੁਰੂ ਲਈ ਆਪਾ ਵਾਰਨ ਵਾਲਾ, ਰੱਬ ਲਈ ਆਪਾ ਵਾਰਨ ਵਾਲਾ, ਜਜ਼ਬੇ ਵਾਲਾ ਸਾਡੇ ਘਰ ਆ ਜਾਂਦਾ ਹੈ। ਉਹ ਦੋ ਚਾਰ ਗੱਲਾਂ ਕਰਦਾ ਹੈ, ਮਾਹੌਲ ਹੀ ਚੇਂਜ ਹੋ ਜਾਂਦਾ ਹੈ। ਉਹਨਾਂ ਦੀਆਂ ਗੱਲਾਂ ਸੁਣ ਕੇ ਸਾਨੂੰ ਵੀ ਜਜ਼ਬਾ ਜਾਗਦਾ ਹੈ। ਜੇ ਤਾਂ ਮਿਲਾਪ ਹੁੰਦਾ ਰਹੇ, ਜਜ਼ਬਾ ਬਣਿਆ ਰਹੇਗਾ, ਨਹੀਂ ਜਜ਼ਬਾ ਫਿਰ ਠੰਡਾ ਹੋ ਜਾਂਦਾ ਹੈ। ਇਹਦਾ ਮਤਲਬ ਉਹ ਜਿੱਥੇ ਵੀ ਬੈਠਦੇ ਨੇ, ਬੋਲਦੇ ਨੇ, ਉਹ ਦੂਸਰਿਆਂ ਨੂੰ ਜਜ਼ਬਾ ਵੰਡਦੇ ਨੇ। ਐਸੇ ਦਾਨੀ ਨੇ, ਹੁਣ ਸੰਸਾਰ ਵਰਨਾ ਦਾਤੇ। ਲੋਕ ਧਨ ਦਿੰਦੇ ਨੇ, ਦੁਨਿਆਵੀ ਮਦਦ ਕਰਦੇ ਨੇ, ਪਰ ਉਹ ਅਧਿਆਤਮਕਤਾ ਵੰਡਦੇ ਨੇ, ਲਗਨ ਵੰਡਦੇ ਨੇ। ਸਭ ਤੋਂ ਵੱਡੇ ਦਾਤੇ ਗੁਰੂ ਸਾਹਿਬ ਨੇ, ਆਖੋ ਵਾਹਿਗੁਰੂ। ਸੁਖ ਵੰਡਦੇ ਨੇ, ਸਹਿਜ ਵੰਡਦੇ ਨੇ, ਆਤਮਿਕ ਆਨੰਦ ਵੰਡਦੇ ਨੇ, ਆਖੋ ਵਾਹਿਗੁਰੂ। ਗੁਰੂ ਸਾਹਿਬਾਨਾਂ ਵਰਗਾ, ਭਗਤਾਂ ਵਰਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਵੀ ਨੇ, ਭੱਟ ਵੀ ਨੇ, ਗੁਰੂ ਸਾਹਿਬ ਵੀ ਨੇ, ਗੁਰਸਿੱਖ ਵੀ ਨੇ, ਜਿਨ੍ਹਾਂ ਦੀ ਬਾਣੀ ਹੈ। ਉਹਨਾਂ ਵਰਗਾ ਦਾਤਾ ਕੋਈ ਨਹੀਂ, ਆਖੋ ਵਾਹਿਗੁਰੂ। ਜਗਤ ਉਦਾਹਰਣ ਸੇ ਹੀ ਆਏ, ਜੋ ਜਨ ਦਰਸ ਪਿਆਸਾ। ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਦਰਸ਼ਨ ਪਿਆਸ ਹੁੰਦੀ ਹੈ, ਉਹਨਾਂ ਦਾ ਜੀਵਨ ਜਗਤ ਦੇ ਭਲੇ ਲਈ, ਪਰਉਪਕਾਰ ਲਈ ਹੁੰਦਾ ਹੈ, ਆਖੋ ਵਾਹਿਗੁਰੂ। ਉਨ ਕੀ ਸ਼ਰਨ ਪਰੈ ਸੋ ਤਰਿਆ, ਸੰਤ ਸੰਗ ਪੂਰਨ ਆਸਾ। ਉਹਨਾਂ ਦੀ ਸ਼ਰਨ ਪੈਣ ਦੇ ਅਰਥ ਹੈ ਉਹਨਾਂ ਵਰਗਾ ਜਜ਼ਬਾ, ਉਹਨਾਂ ਵਰਗੀ ਲਗਨ ਆਪਣੇ 'ਚ ਲੈ ਆਉਣੀ। ਇੱਥੇ ਗੁਰੂ ਸਾਹਿਬਾਨਾਂ ਦਾ ਜ਼ਿਕਰ ਹੈ, ਭਗਤਾਂ ਬਾਰੇ ਕਿਹਾ ਜਾ ਰਿਹਾ ਹੈ, ਭੱਟਾਂ ਬਾਰੇ ਕਿਹਾ ਜਾ ਰਿਹਾ ਹੈ, ਗੁਰਬਾਣੀ ਦੇ ਰਚਨਹਾਰਿਆਂ ਬਾਰੇ ਕਿਹਾ ਜਾ ਰਿਹਾ ਹੈ। ਉਹਦੇ ਲਈ ਗੁਰੂ ਦਾ ਸੰਗ ਸਭ ਤੋਂ ਵੱਡੀ ਆਸ ਹੈ। ਸੰਤ ਸੰਗ ਪੂਰਨ ਆਸਾ। ਗੁਰੂ ਦਾ ਸੰਗ ਗੁਰੂ ਦੇ ਉਪਦੇਸ਼ ਦਾ ਸੰਗ ਹੈ। ਗੁਰੂ ਸਾਹਿਬ ਦੇ ਉਪਦੇਸ਼ ਦਾ ਸੰਗ, ਗੁਰੂ ਦੇ ਉਪਦੇਸ਼ ਨੂੰ ਮੰਨਣਾ ਹੈ, ਆਖੋ ਵਾਹਿਗੁਰੂ। ਤਾਂ ਕੈ ਚਰਨ ਪਰੋਂ ਤਾਂ ਜੀਵਾ, ਜਨ ਕੈ ਸੰਗ ਨਿਹਾਲਾ। ਤੇ ਗੁਰਸਿੱਖਾਂ ਦਾ ਸੰਗ, ਜੋ ਗੁਰਸਿੱਖ ਦੇ ਅੰਦਰ ਜਜ਼ਬਾ ਹੋਏਗਾ, ਲਗਨ ਹੋਏਗੀ, ਪਿਆਰ ਹੋਏਗਾ, ਉਹਦਾ ਅਸਰ ਸਾਡੇ ਤੇ ਪਵੇਗਾ। ਉਹਨੂੰ ਚਰਨ ਪੈਣਾ ਕਹਿੰਦੇ ਆ। ਨਿਮਰਤਾ ਸਤਿਕਾਰ ਵਿੱਚ ਜਦੋਂ ਅਸੀਂ ਇੱਕ ਦੂਸਰੇ ਨੂੰ ਮਿਲਦੇ ਹਾਂ, ਇੱਕ ਦੂਸਰੇ ਦਾ ਪ੍ਰਭਾਵ ਪੈਂਦਾ ਹੈ। ਉਹ ਪ੍ਰਭਾਵ ਨੂੰ ਕਬੂਲ ਕੇ ਉਹਦੇ ਵਰਗਾ ਬਣਨਾ, ਉਹਨੂੰ ਕਹਿੰਦੇ ਨੇ ਚਰਨੀ ਪੈਣਾ, ਭਾਵ ਉਹਦੇ ਨਕਸ਼ੇ ਕਦਮਾਂ ਤੇ ਚੱਲਣਾ। ਇਹਦੇ ਨਾਲ ਅੰਦਰ ਇੱਕ ਸੰਤੁਸ਼ਟੀ ਮਿਲਦੀ ਹੈ, ਆਨੰਦ ਮਿਲਦਾ ਹੈ। ਭਗਤਨ ਕੀ ਰੇਣ ਹੋਏ ਮਨ ਮੇਰਾ, ਉਹ ਪ੍ਰਭੂ ਕਿਰਪਾਲਾ। ਜਿਹੜੇ ਤੇਰੇ ਭਗਤ ਨੇ, ਤੇਰੇ ਲਈ ਆਪਾ ਵਾਰਦੇ ਨੇ, ਤੇਰੇ ਦੱਸੇ ਮਿਸ਼ਨ ਤੇ ਤੁਰਦੇ ਨੇ, ਉਹ ਮੇਰਾ ਮਨ ਉਹਨਾਂ ਦੀ ਰੇਣ ਹੋ ਜਾਵੇ, ਉਹਨਾਂ ਦੀ ਧੂੜੀ ਹੋ ਜਾਵੇ। ਭਾਵ ਉਹਨਾਂ ਵਰਗਾ ਜਜ਼ਬਾ, ਉਹਨਾਂ ਵਰਗੇ ਲਗਨ, ਉਹਨਾਂ ਵਰਗੇ ਗੁਣ ਮੇਰੇ 'ਚ ਆ ਜਾਣ। ਵਾਹਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ। ਰਾਜ ਜੋਬਨ ਅਬਦ ਜੋ ਦੀਸੈ, ਸਭ ਕਿਛ ਜੁਗ ਮਹਿ ਘਾਟਿਆ। ਆ ਜੋ ਕੁਛ ਵੀ ਦੁਨਿਆਵੀ ਪ੍ਰਾਪਤੀਆਂ ਦਿਸਦੀਆਂ ਨੇ ਨਾ, ਪੈਸਾ, ਪ੍ਰਾਪਰਟੀ, ਅਮੀਰੀ, ਰਾਜ ਭਾਗ, ਜਵਾਨੀ, ਉਮਰ, ਜੋ ਕੁਛ ਦਿਖਾਈ ਦੇ ਰਿਹਾ ਹੈ, ਸਭ ਕੁਛ ਜੁਗ ਮਹਿ ਘਾਟਿਆ। ਸਭ ਕੁਝ ਘਟਦਾ ਜਾ ਰਿਹਾ ਹੈ। ਇਹ ਅਸਲੀ ਮਕਸਦ ਨਹੀਂ। ਪਰਿਵਾਰਕ ਲੋੜਾਂ ਪੂਰੀਆਂ ਕਰਨੀਆਂ ਜ਼ਿੰਮੇਵਾਰੀ ਹੈ, ਬੱਚਿਆਂ ਨੂੰ ਪਾਲਣਾ ਪੋਸ਼ਣਾ ਜ਼ਿੰਮੇਵਾਰੀ ਹੈ, ਪਰ ਇਹ ਸਭ ਕੁਛ ਨਹੀਂ ਹੈ। ਸਾਰੀ ਜ਼ਿੰਦਗੀ ਇਹਦੇ ਲਈ ਆਪਾਂ ਵਾਰ ਦੇਣਾ। ਅਸੀਂ ਗੁਰੂ ਕੇ ਗੁਰਸਿੱਖ ਹਾਂ, ਅਸੀਂ ਗੁਰੂ ਦੀ ਕੌਮ ਲਈ ਆਪਾਂ ਵਾਰਨਾ ਹੈ। ਸਿੱਖ ਪਰਉਪਕਾਰੀ ਹੁੰਦਾ ਹੈ। ਸਿੱਖ ਆਪ ਗੁਰੂ ਤੋਂ ਖਜ਼ਾਨਾ ਪ੍ਰਾਪਤ ਕਰਦਾ, ਦੂਸਰਿਆਂ ਨੂੰ ਵੰਡਦਾ ਹੈ। ਜ਼ਿੰਦਗੀ ਨੂੰ ਬੈਲੈਂਸ ਬਣਾ ਕੇ ਰੱਖਣਾ ਹੈ। ਚਾਦਰ ਦੇਖ ਕੇ ਪੈਰ ਪਸਾਰਨੇ ਨੇ। ਉਲਝਣ ਤਾਣੀ ਇਤਨੀ ਵੱਡੀ ਨਹੀਂ ਕਰਨੀ ਕਿ ਉਸ ਵਿੱਚ ਉਲਝ ਕੇ ਗੁਰੂ ਦਾ ਮਾਰਗ ਛੱਡ ਜਾਈਏ। ਨਿਤਨੇਮ ਕਰਨਾ, ਸੰਗਤ ਕਰਨੀ, ਸੇਵਾ ਕਰਨੀ ਤਾਂ ਆਪਣੇ ਲਈ ਹੈ, ਕੌਮ ਦੇ ਲਈ ਕੁਛ ਕਰਨਾ ਹੈ। ਜੋਗੀ ਭਗਤੀ ਤਾਂ ਬਹੁਤ ਕਰਦੇ ਸੀ, ਸਮਾਧੀ ਇਕਾਗਰਤਾ ਕਮਾਲ ਹੀ ਸੀ। ਕੋਈ ਦੀ ਇਕਾਗਰਤਾ ਅੱਜ ਕਿਸੇ ਵਿੱਚ ਨਹੀਂ ਦੇਖੀ। ਪਰ ਜੇ ਦੇਖਿਆ ਜਾਵੇ, ਤਿਆਗ ਵੀ ਬਹੁਤ ਸੀ ਉਹਨਾਂ ਦੇ ਅੰਦਰ। ਪਰ ਉਹਨਾਂ ਦੀ ਭਗਤੀ ਦਾ ਸਤਿਗੁਰੂ ਕਹਿੰਦੇ ਲੋਕਾਂ ਨੂੰ ਕੀ ਫਾਇਦਾ ਹੋਇਆ, ਸਮਾਜ ਨੂੰ ਕੀ ਫਾਇਦਾ ਹੋਇਆ।
ਸਤਿਗੁਰੂ ਜੀ ਨੇ ਜੀਵਨ ਜਿਉਿਆ ਪਰਉਪਕਾਰੀ ਜੀਵਨ। ਮਿਸ਼ਨ ਦਿੱਤਾ ਬਾਬੇ ਨਾਨਕ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਦਾ ਮਿਸ਼ਨ। ਕੌਮ ਦੇ ਲਈ ਕੁਛ ਕਰਨਾ ਹੈ, ਸਮਾਜ ਦੇ ਲਈ ਕੁਛ ਕਰਨਾ ਹੈ। ਨਿਤਨੇਮ ਕੀਤਾ ਹੈ ਆਪਣੇ ਲਈ, ਬਾਣੀ ਪੜ੍ਹੀ ਹੈ ਆਪਣੇ ਲਈ, ਸਹਿਜ ਪਾਠ ਕੀਤਾ ਹੈ ਆਪਣੇ ਲਈ, ਸੰਗਤ ਕੀਤੀ ਹੈ ਆਪਣੇ ਲਈ, ਪਰਉਪਕਾਰ ਸਮਾਜ ਦੇ ਲਈ, ਕੌਮ ਦੇ ਲਈ ਆਪਾ ਵਾਰਨਾ ਹੈ। ਗੁਰੂ ਕੇ ਗੁਰਸਿੱਖ ਨੇ ਉਲਝਣ ਤਾਣੀ ਜਿਹੜੀ ਬੁਣ ਬੈਠਾ ਨਾ ਬੰਦਾ, ਉਹਨੂੰ ਐਜ਼ ਸੂਨ ਐਜ਼ ਪੋਸੀਬਲ ਜਿੰਨੀ ਹੋ ਸਕੇ ਸੰਕੋਚਣਾ ਪਵੇਗਾ। ਸੰਕੋਚ ਕੇ ਕੁਛ ਬੈਲੈਂਸ ਬਣਾਉਣਾ ਪਵੇਗਾ ਗੁਰੂ ਦੇ ਪਰਉਪਕਾਰ ਲਈ। ਜ਼ਿੰਦਗੀ ਦਾ ਟਾਈਮ ਟੇਬਲ ਵੀ ਚਾਹੀਦਾ ਹੈ, ਰੂਟੀਨ ਵੀ ਚਾਹੀਦਾ ਹੈ, ਜਜ਼ਬਾ ਵੀ ਚਾਹੀਦਾ ਹੈ। ਮੰਗਣਾ ਮੇਰੇ ਗੁਰੂ ਤੋਂ ਨਾਮ ਨਿਧਾਨ, ਸਾਧਨ ਨਵ ਤਨ ਨਿਰਮਲ, ਇਹ ਨਾਨਕ ਹਰ ਤਨ ਖਾਟਿਆ। ਨਾਨਕ ਜੀ, ਰੱਬ ਦਾ ਧਨ, ਰੱਬ ਦਾ ਖਜ਼ਾਨਾ ਗੁਰੂ ਤੋਂ ਖੱਟਿਆ। ਰੱਬ ਦਾ ਖਜ਼ਾਨਾ ਖੁਦ ਉਹਦਾ ਸੱਚਾ ਗਿਆਨ ਹੈ, ਰੱਬੀ ਉਪਦੇਸ਼ ਹੈ, ਰੱਬੀ ਗੁਣ ਨੇ, ਰੱਬੀ ਬਖਸ਼ਿਸ਼ਾਂ ਨੇ। ਗੁਰੂ ਦੇ ਕੋਲ ਵਪਾਰ ਕਰਕੇ ਗੁਰੂ ਤੋਂ ਖੱਟਿਆ, ਖੱਟ ਕੇ ਉਹ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦਾ ਖਜ਼ਾਨਾ ਮਿਲਿਆ। ਇਹਦੀਆਂ ਦੋ ਨਿਸ਼ਾਨੀਆਂ, ਕਿਤੇ ਨਵ ਤਨ ਨਿਤ ਨਵਾਂ ਰਹਿੰਦਾ ਹੈ, ਪੁਰਾਣਾ ਨਹੀਂ ਹੁੰਦਾ। ਜਜ਼ਬਾ ਨਾ ਪੁਰਾਣਾ ਹੋਵੇ ਨਾ ਘਟੇ। ਦੂਸਰੀ ਗੱਲ ਨਿਰਮਲ ਹੈ। ਆਖੋ ਸਤਿਗੁਰੂ ਕਿਰਪਾ ਕਰਨ। ਜੋ ਅਰਥਾਂ ਸਮੇਤ ਸਹਿਜ ਪਾਠ ਤੁਸੀਂ ਕਰਦੇ ਹੋ, ਇਹ ਖਜ਼ਾਨਾ ਬਣਨ ਵਾਸਤੇ ਨਿਤ ਤੁਹਾਡੇ ਘਰ ਪਹੁੰਚਦਾ। ਤੁਹਾਡੇ ਅੰਦਰ ਪਰਉਪਕਾਰ ਕਰਨ ਦੇ ਹੁਲਾਰੇ ਤਾਂ ਉੱਠਦੇ ਹੋਣਗੇ। ਅੰਦਰ ਵਿਚਾਰਾਂ ਜਜ਼ਬਿਆਂ ਦਾ ਉਛਾਲ ਤੇ ਉੱਠਦਾ ਹੋਏਗਾ। ਰੂਟੀਨ ਬਣਾਓ, ਆਪਣੀ ਸੋਚ ਦੇ ਪ੍ਰੋਸੈਸ ਨੂੰ ਚਲਾਓ। ਕਿੱਥੇ ਕਿਵੇਂ ਪਰਉਪਕਾਰ ਕਰ ਸਕਦੇ ਹੋ। ਸ਼ੁਰੂਆਤ ਵਿੱਚ ਜਿਹੜੇ ਆਲਰੇਡੀ ਪਰਉਪਕਾਰ ਕਰ ਰਹੇ ਨੇ ਉਹਨਾਂ ਦੇ ਸਪੋਰਟਰ ਬਣੋ, ਇੱਕ ਟੀਮ ਬਣੋ। ਮਨ ਕਰਕੇ, ਧਨ ਕਰਕੇ, ਤਨ ਕਰਕੇ, ਫਿਜ਼ੀਕਲੀ ਵੀ, ਫਾਈਨੈਂਸ਼ੀਅਲੀ ਵੀ, ਸਾਈਕੋਲੋਜੀਕਲੀ ਵੀ ਸਪੋਰਟ ਦਿਓ। ਹਿੱਸਾ ਬਣੋ ਪਰਉਪਕਾਰ ਦੀ ਟੀਮ ਦਾ। ਘਰ ਘਰ ਤੱਕ ਗੁਰਬਾਣੀ ਦੇ ਸੰਦੇਸ਼ ਲਿਜਾਈਏ। ਬੱਚਿਆਂ ਨੂੰ ਬਚਪਨ ਵਿੱਚ, ਟੀਨ ਏਜ ਦੇ ਵਿੱਚ, ਜਵਾਨੀ ਵਿੱਚ ਇਹਨਾਂ ਦੇ ਅੰਦਰ ਸਿੰਜ ਦਈਏ। ਬੱਚਿਆਂ ਦੇ ਮਾਪਿਆਂ ਕੋਲੇ ਸਮਾਂ ਨਹੀਂ ਹੈ। ਜੇ ਸਮਾਂ ਕੱਢਦੇ ਨੇ, ਉਹਨਾਂ ਕੋਲੇ ਨੌਲੇਜ ਨਹੀਂ ਹੈ। ਜੇ ਨੌਲੇਜ ਵੀ ਹੈ, ਸਮਾਂ ਵੀ ਕੱਢਦੇ ਨੇ, ਤੇ ਉਹਨਾਂ ਨੂੰ ਬੱਚਿਆਂ ਨੂੰ ਬਿਠਾ ਕੇ ਰੱਖਣ ਦਾ ਟੈਲੈਂਟ ਨਹੀਂ ਹੈ ਉਹਨਾਂ ਕੋਲ। ਬੱਚੇ ਬੈਠਦੇ ਨਹੀਂ ਹੈ ਉਹਨਾਂ ਕੋਲ। ਜੇ ਮਾਪਿਆਂ ਕੋਲੇ ਟਾਈਮ ਨਹੀਂ, ਆਓ ਰਲ ਮਿਲ ਕੇ ਯਤਨ ਕਰੀਏ, ਬੱਚਿਆਂ ਨੂੰ ਵੰਡੀਏ ਖਜ਼ਾਨਾ। ਸਭ ਤੋਂ ਵੱਡਾ ਪਰਉਪਕਾਰ ਹੋਏਗਾ। ਅੱਜ ਦੇ ਬੱਚੇ ਕੱਲ੍ਹ ਦੇ ਜ਼ਿੰਮੇਵਾਰ ਨੇ। ਇਹਨਾਂ ਬੱਚਿਆਂ 'ਚੋਂ ਕੀ ਪਤਾ ਕੱਲ੍ਹ ਨੂੰ ਕਿਸੇ ਨੇ ਪ੍ਰਾਈਮ ਮਿਨਿਸਟਰ ਬਣਨਾ ਹੈ, ਕਿਸੇ ਨੇ ਮਿਨਿਸਟਰ ਬਣਨਾ ਹੈ, ਕਿਸੇ ਨੇ ਪ੍ਰੀਮੀਅਰ ਚੀਫ ਮਿਨਿਸਟਰ ਬਣਨਾ ਹੈ। ਇਹਨਾਂ 'ਚੋਂ ਕਿਸੇ ਨੇ ਇੰਜੀਨੀਅਰ ਬਣਨਾ ਹੈ, ਆਫਿਸਰ ਬਣਨਾ ਹੈ, ਡਾਕਟਰ ਬਣਨਾ ਹੈ, ਟੀਚਰ ਪ੍ਰੋਫੈਸਰ ਬਣਨਾ ਹੈ। ਇਹਨਾਂ ਨੂੰ ਗੁਰੂ ਵਿਰਸੇ ਦਾ ਗਿਆਨ ਵੰਡੀਏ। ਉਹ ਇਹਨਾਂ ਦੇ ਅੰਦਰ ਜੇ ਗੁਰੂ ਵਿਰਸੇ ਦਾ ਗਿਆਨ ਚਲਿਆ ਗਿਆ, ਉਸ ਨਜ਼ਰੀਏ ਦੇ ਨਾਲ ਇਹ ਜਿਸ ਵੀ ਖੇਤਰ 'ਚ ਜਾਣਗੇ, ਕੌਮ ਦੀ ਸੇਵਾ ਕਰਨਗੇ। ਇਹ ਆਈਕੋਨ ਬਣਨ। ਹਰ ਗੁਰਸਿੱਖ ਬੱਚਾ ਬੱਚੀ ਜਿਸ ਖੇਤਰ ਵਿੱਚ ਜਾਣ, ਹਾਈਐਸਟ ਰੈਂਕ 'ਤੇ ਪਹੁੰਚਣ, ਹਾਈਐਸਟ ਲੈਵਲ ਦੀ ਐਜੂਕੇਸ਼ਨ ਪ੍ਰਾਪਤ ਕਰਨ, ਹਾਈਐਸਟ ਰੈਂਕ 'ਤੇ ਪਹੁੰਚਣ, ਆਈਕੋਨ ਬਣਨ, ਕੌਮ ਦੇ ਲਈ ਪਰਉਪਕਾਰ ਕਰਨ। ਇਹ ਸਭ ਤੋਂ ਵੱਡਾ ਪ੍ਰਚਾਰ ਹੋਏਗਾ। ਉਹਦੇ ਲਈ ਮੰਗੀਏ ਵਾਹਿਗੁਰੂ ਜੀ, ਤੁਹਾਡੀ ਬਖਸ਼ਿਸ਼ ਦਾ ਖਜ਼ਾਨਾ ਮਿਲਦਾ ਰਹੇ। ਹਰ ਗੁਰੂ ਕਾ ਗੁਰਸਿੱਖ, ਵਿਸ਼ੇਸ਼ ਤੌਰ 'ਤੇ ਜਿਹੜੇ ਅਰਥਾਂ ਸਮੇਤ ਸਹਿਜ ਪਾਠ ਕਰ ਰਹੇ ਹੋ, ਪਰਉਪਕਾਰ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।